अच्छा साथियों आज जी कॉन्फ्रेंस प्रेस कॉन्फ्रेंस है पंजाबी च बोलिए कि हिंदी 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 बाजी पहले हिंदी पंजाबी अभी सब जगह लाइव है सब जगह राजी राजी हिंदी में पंजाबी का ये पंजाब का नहीं है, पूरे इंडिया का आंदोलन है किसान का, तो आपको हिंदी में करना बाजी चाहिए। अभी चल मैं पहला पंजाबी में कर देना फिर अभी सब जगह नेशनल कट रहा है पहला अभी पहले हिंदी का पहले पंजाबी करते फिर हिंदी भी बोल देना। चलिए पूरा हिंदी भी बोल आपकी मर्जी बात ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ हाँ निपुण भाई थी ਮੁੱਖ ਤੌਰ ਤੇ ਤੁਹਾਡੀ ਵੀ ਚਰਚਾ ਬਣੀ ਵੀ ਹੈ ਤੇ ਸਾਡੇ 'ਚ ਵੀ ਇੱਕ ਚਰਚਾ ਬਣੀ ਵੀ ਹੈ। ਤੁਹਾਡੀ ਚਰਚਾ ਦੇ ਵਿੱਚ ਇਹ ਆਮ ਸਵਾਲ ਆਉਂਦਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜਤਾ ਤੇ ਕਿਸਾਨ ਜਥੇਬੰਦੀਆਂ ਦਾ ਕੀ ਜਵਾਬ ਦਿੰਦੀਆਂ ਨੇ, ਮੀਡੀਆ ਡੀਕਦਾ ਹੁੰਦਾ ਯਾਨੀ ਜਦੋਂ ਉਹ ਸੱਦਾ ਪੱਤਰ ਜਿਹਨੂੰ ਤੁਸੀਂ ਕਹਿ ਰਹੇ ਹੋ ਜਦੋਂ ਅਸੀਂ ਉਹਦੀ ਫਰੋਲਾ ਫਰਾਲੀ ਕੀਤੀ ਹੈ ਉਹ ਸੱਦਾ ਪੱਤਰ ਨਹੀਂ ਹੈ, ਉਹ ਇੱਕ ਚਿੱਠੀ ਹੈ। ਉਹ ਚਿੱਠੀ 5 ਪੇਜਾਂ ਦੀ ਚਿੱਠੀ ਹੈ ਜਿਹੜੀ ਕਹਿ ਰਹੀ ਹੈ ਵੀ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਚਲਾਈ ਹੈ ਉਹ 'ਚ ਪ੍ਰੋਸੈਸ ਕੀ ਚੱਲਿਆ, ਚਲਦੀ ਗੱਲਬਾਤ ਨਾਲ ਤੁਸੀਂ ਆਪਦੇ ਐਕਸ਼ਨ ਪਲਾਨ ਵੀ ਕਰਦੇ ਰਹੇ ਹੋ ਜਿਨ੍ਹਾਂ ਨੂੰ ਮਤਲਬ ਇਹ ਸਮਝਾਇਆ ਉਹਨਾਂ ਨੇ ਵੀ ਅਸੀਂ ਤਾਂ ਗੱਲ ਚਲਾ ਰੱਖੀ ਹੈ ਤੁਸੀਂ ਨਾਲ ਐਕਸ਼ਨ ਵੀ ਕਰੀ ਜਾਂਦੇ। ਉਹਦੇ 'ਚ ਮੁੱਖ ਤੌਰ ਤੇ ਗੱਲ ਇਹ ਹੈ ਵੀ ਜਦੋਂ ਕਾਨੂੰਨਾਂ ਦੇ ਉੱਤੇ ਬਹਿਸ ਹੋ ਗਈ ਸਰਕਾਰ ਨੇ ਆਪਦਾ ਪੱਖ ਰੱਖਤਾ ਜਥੇਬੰਦੀਆਂ ਨੇ ਆਪਣਾ ਪੱਖ ਰੱਖਤਾ, ਉੱਥੇ ਇਹ ਗੱਲ ਨਿੱਤਰ ਕੇ ਸਾਹਮਣੇ ਆ ਗਈ ਵੀ ਕਾਨੂੰਨਾਂ ਦੇ ਵਿੱਚ ਕੁਝ ਨਾ ਕੁਝ ਗਲਤ ਜ਼ਰੂਰ ਹੈ। ਉਹ ਜਿਹੜੀਆਂ ਲਾਈਨਾਂ ਗਲਤ ਨੇ ਉਹ ਲਾਈਨਾਂ ਤੁਸੀਂ ਕਢਵਾ ਸਕਦੇ ਹੋ ਜਿਹਨੇ ਅਮੈਂਡਮੈਂਟ ਦੀ ਗੱਲ ਆ ਉਹ ਅਮੈਂਡਮੈਂਟਾਂ ਕੀਤੀਆਂ ਹੋਈਆਂ ਵੀ ਦੱਸੀਆਂ ਨੇ ਕਿਹੜੀਆਂ ਕਿਹੜੀਆਂ ਅਮੈਂਡਮੈਂਟਾਂ ਉਹਨਾਂ ਨੇ ਕੀਤੀਆਂ ਜਿਹਨੇ ਹੋਰ ਵੀ ਕਹਿੰਦੇ ਨੇ ਵੀ ਹੋਰ ਕਰਾਉਣੀਆਂ ਨੇ ਹੋਰ ਵੀ ਕਰਾ ਲਓ। ਇਸ ਘੇਰੇ 'ਚ ਰਹਿ ਕੇ ਅਮੈਂਡਮੈਂਟ ਵਾਲੇ ਘੇਰੇ 'ਚ ਰਹਿ ਕੇ ਤੁਸੀਂ ਗੱਲ ਕਰਨ ਆਉਣਾ ਥਾਂ ਵੀ ਤੁਹਾਡਾ ਹੋਊ ਡੇਟ ਵੀ ਤੁਹਾਡੀ ਹੋਊ। ਯਾਨੀ ਮੈਂ 38-40 ਸਾਲ ਤੋਂ ਜਥੇਬੰਦੀਆਂ ਦੇ ਵਿੱਚ ਕੰਮ ਕਰ ਰਿਹਾ, ਪਹਿਲੀ ਵਾਰ ਕਿਸੇ ਸਰਕਾਰ ਨੇ ਕਿਹਾ ਕਿ ਤੁਸੀਂ ਡੇਟ ਵੀ ਤੁਹਾਡੀ ਥਾਂ ਵੀ ਤੁਹਾਡਾ। ਇਹ ਭਲਾ ਗੱਲ ਕੀ ਹੈ, ਇਹ ਸੱਦਾ ਨਹੀਂ ਹੈ, ਇਹ ਤਾਂ ਇੱਕ ਕਿਸਮ ਦਾ ਤਾਰਪੀਡੋ ਕਰਨ ਦੀ ਖਾਤਰ ਲੋਕਾਂ ਨੂੰ ਕਹਿਣ ਦੀ ਖਾਤਰ ਆਪਦਾ ਪੱਖ ਜਤਾਉਣ ਦੀ ਖਾਤਰ ਇੱਕ ਅਟੈਕ ਹੈ। ਅਸੀਂ ਇਹ ਸਮਝਦੇ ਹਾਂ ਵੀ ਲੋਕਾਂ ਨੂੰ ਆਮ ਜਿਹੜੇ ਲੋਕ ਬਾਹਰ ਬੈਠੇ ਨੇ ਘੋਲ ਤੋਂ ਜਾਂ ਮੀਡੀਆ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਉਹ ਮੀਡੀਆ ਇਹ ਗੱਲ ਪ੍ਰਚਾਰ ਕਰਦਾ ਵੀ ਸਰਕਾਰ ਤਾਂ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹੈ ਤੇ ਕਿਸਾਨ ਵੀ ਨਹੀਂ ਜਾ ਰਹੇ। ਆ ਦੇਖੋ ਜੀ ਚਿੱਠੀ ਸੱਦਾ ਪੱਤਰ ਦਾ ਗਿਆ ਉਹਨਾਂ ਦਾ ਜਵਾਬ ਹੀ ਨਹੀਂ ਕੋਈ ਆ ਰਿਹਾ। ਅਸਲ 'ਚ ਸਰਕਾਰ ਅਮੈਂਡਮੈਂਟ ਕਰਨ ਦੇ ਵਾਸਤੇ ਜੇ ਕੋਈ ਚਰਚਾ ਕਰਨੀ ਹੈ ਫਿਰ ਤਰੀਕ ਵੀ ਦੇ ਦਿਓ ਥਾਂ ਵੀ ਦੱਸ ਦਿਓ। ਜਿਹਨੇ ਜਿੱਥੇ ਗੱਲ ਟੁੱਟੀ ਸੀ 5 ਤਰੀਕ ਨੂੰ ਉੱਥੇ ਹੀ ਖੜੀ ਹੈ। ਇਹਦਾ ਮਤਲਬ ਇਹ ਕਿ ਸਰਕਾਰ ਦਾ ਸਾਫ਼ ਜਵਾਬ ਹੈ ਅਮੈਂਡਮੈਂਟ ਕਰਵਾ ਲਓ, ਕਾਨੂੰਨ ਰੱਦ ਨਹੀਂ ਹੁੰਦੇ। ਪੰਜਾਬੀ ਦੇ ਵਿੱਚ ਇਹ ਅਰਥ ਬਣਦਾ ਉਹ ਚਿੱਠੀ ਦਾ। ਫਿਰ ਹੁਣ ਜਥੇਬੰਦੀਆਂ ਨੇ ਸੋਚਣਾ ਕਿ ਜਥੇਬੰਦੀਆਂ ਦਾ ਕੀ ਜਵਾਬ ਦਿੰਦੀਆਂ। ਸਾਡੀ ਜਥੇਬੰਦੀਆਂ ਦੋ ਜਥੇਬੰਦੀਆਂ ਇਹ ਗੱਲ ਨੂੰ ਐ ਸਮਝਦੀਆਂ ਨੇ ਵੀ ਸੱਦਾ ਪੱਤਰ ਨਹੀਂ ਹੈ, ਇਹ ਇੱਕ ਚਿੱਠੀ ਹੈ ਜਿਹਦੇ ਵਿੱਚ ਇਹ ਦੱਸਿਆ ਹੋਇਆ ਵੀ ਅਸੀਂ ਆਹ ਸੋਧਾਂ ਕਰਤੀਆਂ, ਹੋਰ ਕਰਵਾਉਣੀਆਂ ਨੇ ਕਰਾ ਲਓ, ਰੱਦ ਦੀ ਝਾਕ ਛੱਡ ਦਿਓ। ਚਿੱਠੀ ਦਾ ਅਸੀਂ ਅਰਥ ਆ ਸਮਝ, ਬਾਕੀ ਸਾਥੀ ਆਪਣਾ ਅੰਧੇਰ ਕਰ हिंदी जी का। जो केंद्र सरकार द्वारा चिट्ठी भेजी गई उसका प्रेस में पूरी चर्चा है और जो सरकार के प्रवक्ता है जो नेशनल मीडिया है वो बातें इस तरह की उठा रहा है कि केंद्र सरकार एक कदम आगे आई है, जो हमें उसे नज़र में देख रहे हैं। और अब क्या किसान एक कदम आगे आएंगे? तो जैसे ग्राहा जी ने कहा कि सरकार ने अपनी पोजीशन पहले श्योर कर ली, जो भी खेती बिलों के लिए वो अपनी पोजीशन को तय करना चाहते थे उन्होंने पोजीशन तय कर ली
भी खेती कानून तो वापस नहीं लेंगे, उनकी पूरी सीमा तय कर दी। और उसके बाद एक खत आया कि अगर आप खेती कानून वापस लेने वाली बात से पीछे हटकर खेती कानूनों में संशोधन करने के लिए बात करना चाहते हैं तो समय भी आप दीजिए और डेट भी खुद दीजिए। तो ये चिट्ठी कम, सरकार का बढ़ाया हुआ कदम कम, ये एक चक्रव्यूह रचने का यत्न किया जा रहा है किसान संगठनों के ऊपर, और उसका प्रचार माध्यमों में फायदा कैसे लिया जा रहा है कि देश के बड़े हिस्से को जो इस बात से अनजान है कि केंद्र कूटनीति कौन सी चालें चलता है, यूनियन का कौन सा असली पक्ष है, साधारण आदमी ये सोच सकता है कि शायद किसान ही अड़ियल रवैया अपना रहे हैं। सरकार तो बहुत ज्यादा संजीदा है, बहुत ज्यादा गंभीर है इस बातचीत के लिए। तो ये मीडिया में, खास करके नेशनल मीडिया में ये उभार आ रहा है। तो हम इसके बारे में यही कहना चाहते हैं कि बातचीत भी केंद्र सरकार से जवाब दे देने हो या तो बाकी जथेबंदियां इकट्ठियां होके कह दिंदियां भी कानून रद्द करने ਤਾਂ ਗੱਲ ਕਰਾਂਗੇ, ਇਹਦਾ ਮਤਲਬ ਹੁਣ ਗੱਲਬਾਤ ਲਈ ਤੁਸੀਂ ਤਿਆਰ ਨਹੀਂ ਹੈਗੇ ਕੇਂਦਰ ਦੇ ਨਾਲ। ਇਹ ਮੌਕੇ ਦੇ ਜੋ ਹਾਲਾਤ ਨੇ, ਦੇਖੋ ਹੁਣ ਦੀ ਘੜੀ ਦੇ ਵਿੱਚ ਅਸੀਂ ਇਸ ਕਹਿਣ ਦੀ ਹਾਲਤ 'ਚ ਨਹੀਂ ਵੀ ਅਸੀਂ ਗੱਲਬਾਤ ਵਾਸਤੇ ਜਾਂਦੇ, ਕਿਉਂਕਿ ਸਾਡੀਆਂ ਦੋ ਜਥੇਬੰਦੀਆਂ ਦੀ ਰਹਿ ਅਸੀਂ ਬਣੀ ਹੈ। ਅਸੀਂ ਅਜੇ ਇਹਨੂੰ ਇਹ ਨਹੀਂ ਕਹਿ ਸਕਦੇ ਤੁਹਾਡੇ ਸਾਹਮਣੇ ਵੀ ਅਸੀਂ ਮੀਟਿੰਗ 'ਚ ਨਾ ਜਾਣ ਦਾ ਫੈਸਲਾ ਕਰਨਾ। ਜੇ ਅਸੀਂ ਮੀਟਿੰਗ ਦੇ ਵਿੱਚ ਜਾਣਾ ਹੈ ਤਾਂ ਅਸੀਂ ਕੀ ਬਣਾਉਣਾ ਹੈ, ਇਹ ਅਸੀਂ ਸਾਂਝੀਆਂ ਜਥੇਬੰਦੀਆਂ ਨਾਲ ਕੰਸੈਂਸਸ ਬਣਾਵਾਂਗੇ। ਸਾਡਾ ਸਾਰਿਆਂ ਦਾ ਸੰਯੁਕਤ ਮੋਰਚੇ ਵਿੱਚ ਦੂਜੀਆਂ ਸਟੇਟਾਂ ਦੀਆਂ ਮੀਟਿੰਗਾਂ ਦਾ ਕੱਲ੍ਹ ਨੂੰ ਮੀਟਿੰਗ ਹੈ ਇਹਨਾਂ ਦੀ, ਉਹ ਜਥੇਬੰਦੀਆਂ ਅੱਜ ਉੱਧਰ ਮੀਟਿੰਗ ਕਰ ਰਹੀਆਂ ਨੇ। ਸਾਡਾ ਸਾਂਝਾ ਕੀ ਬਣਦਾ ਉਹ ਅਸੀਂ ਮੀਡੀਆ ਦੇ ਵਿੱਚ ਵੀ ਲੈ ਕੇ ਜਾਵਾਂਗੇ। ਉਹ ਚਿੱਠੀ ਦੇ ਰੂਪ 'ਚ ਉਹਨਾਂ ਨੂੰ ਕੀ ਜਵਾਬ ਦੇਣਾ ਹੈ, ਮੀਟਿੰਗ ਕਰਨੀ ਹੈ ਕਿ ਨਹੀਂ ਕਰਨੀ, ਮੀਟਿੰਗ ਕਰਨੀ ਹੈ ਤਾਂ ਕੀ ਗੱਲ ਕਹਿਣੀ ਹੈ, ਇਹ ਸਾਡਾ ਬਣਾਉਣ ਵਾਲਾ ਬਾਕੀ ਹੈ। ਜੋ ਚਿੱਠੀ ਦੇ ਬਾਰੇ ਸਾਡਾ ਐਨਾਲਿਸਿਸ ਹੈ ਉਹ ਅਸੀਂ ਤੁਹਾਨੂੰ ਦੱਸਿਆ ਵੀ ਆਹ ਅਸੀਂ ਸਮਝਦੇ ਹਾਂ ਚਿੱਠੀ ਨੂੰ। ਤਾਂ ਅਗਲੀ ਜਿਹੜੀ ਮੀਟਿੰਗ 'ਚ ਜਾਣ ਦਾ ਨਾ ਜਾਣ ਦਾ ਫੈਸਲਾ ਅਜੇ ਉਹਨਾਂ ਨਾਲ ਸਾਂਝਾ ਕਰਨਾ। ਸੁਧੀਰ ਸਾਹਿਬ, ਜਿਵੇਂ ਤੁਸੀਂ ਪਹਿਲਾਂ ਤੋਂ 6 ਮੀਟਿੰਗਾਂ 'ਚ ਨਹੀਂ ਗਏ ਸੀਗੇ ਤੇ ਤੁਹਾਡਾ ਇਹੀ ਮੰਗ ਸੀ ਤੁਹਾਡੀ ਕਿ ਜਦੋਂ ਤੱਕ ਦੇਸ਼ ਦੀਆਂ ਜਥੇਬੰਦੀਆਂ ਨੂੰ ਨਹੀਂ ਬੁਲਾਉਂਦੇ ਉਦੋਂ ਤੱਕ ਨਹੀਂ ਜਾਵਾਂਗੇ, ਹੁਣ ਵੀ ਤੁਹਾਡੀ ਇਹੀ ਮੰਗ ਰਹੂਗੀ? ਆ ਦੇਖੋ, ਸਾਡੀ ਆਪਣੀ ਜਥੇਬੰਦੀ ਦੀ ਪੋਜੀਸ਼ਨ ਰਹੀ ਆ, ਸਾਰੀਆਂ ਜਥੇਬੰਦੀਆਂ ਦੀ ਇਹ ਨਹੀਂ ਰਹੀ। ਜਦੋਂ ਕੋਈ ਚੀਜ਼ ਹਲੇ ਤਾਂ ਉਹ ਸਾਡੇ ਕੋਲ ਡੇਟ ਵੀ ਮੰਗ ਰਹੇ, ਟਾਈਮ ਮੰਗ ਰਹੇ, ਇਹਦਾ ਮਤਲਬ ਉਹਨੂੰ ਸੱਦਾ ਪੱਤਰ ਨਹੀਂ ਸਮਝ ਸਕਦੇ ਆਪਾਂ, ਉਹ ਸਾਨੂੰ ਉਲਟਾ ਫਸਾ ਰਹੇ ਆ। ਜਦੋਂ ਕੋਈ ਸੱਦਾ ਪੱਤਰ ਆਊਗਾ, ਸਾਡੀ ਨੀਤੀ ਪਹਿਲਾਂ ਕਲੀਅਰ ਆ, ਉਦੋਂ ਉਹ ਪੱਤਰ ਤੇ ਫਿਰ ਵਿਚਾਰ ਕਰਾਂਗੇ ਆਪਣੀ ਜਥੇਬੰਦੀ 'ਚ। ਫਿਰ ਕੋਈ ਸਾਂਝਾ ਬਣਦਾ ਹੋ ਤਾਂ ਵੀ ਯਤਨ ਕਰਾਂਗੇ, ਨਹੀਂ ਤਾਂ ਆਪਣੀ ਜਥੇਬੰਦੀ 'ਚ ਉਦੋਂ ਰਹਿ ਦਿੱਤੀ ਜਾ ਸਕਦੀ ਜਦੋਂ ਕੋਈ ਲਿਖਤੀ ਸੱਦਾ ਆਊਗਾ, ਉਹਦੇ ਤੋਂ ਪਹਿਲਾਂ ਤਾਂ ਕੋਈ ਪ੍ਰਤੀਕਿਰਿਆ ਬਣਦੀ ਨਹੀਂ ਹੈਗੀ ਮੈਨੂੰ ਲੱਗਦਾ। ਹੁੰਦੇਰ ਸਾਹਿਬ, ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਤੁਹਾਡੇ ਕੋਲ ਟਾਈਮ ਜਾਂ ਤੁਹਾਡੇ ਕੋਲ ਡੇਟ ਮੰਗੀ ਹੈ, ਪਰ ਇਦਾਂ ਦਾ ਪਹਿਲਾਂ ਵੀ ਹੋ ਚੁੱਕਿਆ। ਜਦੋਂ ਭਾਰਤ ਬੰਦ ਹੋਣਾ ਸੀ 8 ਤਰੀਕ ਦਾ, ਉਦੋਂ ਵੀ ਤੁਸੀਂ ਇਹ ਗੱਲ ਕਹੀ ਗਈ ਬਈ 8 ਨੂੰ ਨਾ ਰੱਖੋ ਜਾਂ ਇਸ ਦਿਨ ਨਾ ਰੱਖੋ, ਇੱਕ ਦਿਨ ਬਾਅਦ ਰੱਖ ਲਓ। ਉਦਾਂ ਦਾ ਵੀ ਤਾਂ ਕੋਆਰਡੀਨੇਸ਼ਨ ਦੇਖ ਹੀ ਰਿਹਾ, ਉਹ ਵੀ ਤਾਂ ਇੱਕ ਤੁਹਾਡੇ ਯਾਨੀ ਕਿ ਜਥੇਬੰਦੀਆਂ ਦੇ ਅਕੋਰਡਿੰਗ ਡੇਟ ਫਿਕਸ ਹੋਈ ਸੀਗੀ। ਨਹੀਂ, ਉਹਦੀ ਮੈਂ ਦੇਣਾ ਜਵਾਬ। ਉਹ ਮੀਟਿੰਗ ਦੇ ਵਿੱਚ ਇਹ ਨਹੀਂ ਸੀ ਕਿਉਂਕਿ ਮੈਂ ਸੀ ਮੀਟਿੰਗ। ਉਹਨਾਂ ਨੇ 5 ਤਰੀਕ ਨੂੰ ਮੀਟਿੰਗ ਕਰਕੇ ਆਪ ਦਿਨ ਮੰਗੇ ਸੀਗੇ, ਇੱਕ ਦਿਨ ਮੰਗਿਆ ਸੀ ਵੀ ਮੈਂ ਕਾਨੂੰਨ ਰੱਦ ਕਰਾਉਣ ਵਾਸਤੇ, ਮੇਰੇ ਬਸ ਦੀ ਗੱਲ ਨਹੀਂ ਹੈ, ਮੈਂ ਕੈਬਨਿਟ ਮੰਤਰੀਆਂ ਨਾਲ ਸਲਾਹ ਕਰਨੀ ਹੈ। ਕੈਬਨਿਟ ਮੰਤਰੀ ਗਾਂ ਜਿਹਦੇ ਨਾਲ ਸਲਾਹ ਕਰਦੇ ਨੇ ਉਹ ਇੱਕ ਦਿਨ ਦੇ ਵਿੱਚ ਸਮਾਂ ਕਾਫੀ ਹੈ ਕਿ ਨਹੀਂ ਕਾਫੀ। ਉਹਨੇ ਇੱਕ ਦਿਨ ਦਾ ਕਹਿ ਕੇ 7 ਤਰੀਕ ਦੀ ਮੀਟਿੰਗ ਦੁਬਾਰਾ ਰੱਖਣ ਦੀ ਆਪਣੇ ਆਪ ਹੀ ਪੇਸ਼ਕਸ਼ ਕੀਤੀ, ਜਿਹੜੀ 8 ਤਰੀਕ ਵਾਲੀ ਤੁਸੀਂ ਕਹਿੰਦੇ ਹੋ। ਅਸੀਂ ਕਿਹਾ ਵੀ ਤੁਹਾਡਾ 7 ਤਰੀਕ ਨੂੰ ਕੋਈ ਅਧੂਰਾ ਰਹਿ ਜੇ, ਤੁਹਾਡਾ ਕੈਬਨਿਟ ਮੰਤਰੀ ਨਾ ਮਿਲੇ, ਦੁਬਾਰੇ ਮੀਟਿੰਗ ਰੱਖੋ ਤਾਂ ਤੁਸੀਂ ਬਈ ਸਾਡੀ ਤਾਂ ਅਧੂਰੀ ਰਹੇਗੀ ਗੱਲ, ਫਿਰ ਨਹੀਂ ਠੀਕ ਆਉਂਦੀ। ਇਸ ਕਰਕੇ 7 ਨਾ ਰੱਖੋ, ਫਿਰ 8 ਬਣਦੀ। 8 ਵਾਂ ਦਿਨ ਭਾਰਤ ਬੰਦ ਸੀ, ਇਸ ਕਰਕੇ ਉਹ ਡੇਟ 9 ਤੇ ਚਲੀ ਗਈ ਸੀ। ਉਹ ਡੇਟ ਆਪਾਂ ਨਹੀਂ ਸੀ ਰੱਖੀ, ਉਹ ਇਹਨਾਂ ਨੇ ਰੱਖੀ ਹੋਈ ਡੇਟ। अच्छा, ये तीनों जो अध्यादेश है वो स्वयं ही अमेंडमेंट है, बराबर है। तो इसके अंदर और अमेंडमेंट कहाँ से हो सकता है, क्योंकि ये जो तीनों कृषि कानून बनाए गए हैं जो लागू किए हैं वही तो अमेंडमेंट है। तो अभी ये स्वतंत्र रूप से तो कोई कानून बनाया ही नहीं गया है, ये तीनों अलग अलग बनाए गए। तो सुधार किया हुआ जो अध्यादेश है उसमें और अमेंडमेंट के लिए कैसे बुलाया जा सकता है? ऐसा कौन सा प्रोविजन है? देखिए, फिर तो वैधानिक रूप से तो यही अमेंडमेंट है। देखिए, फिर तो बहस चल पड़ी।
अगर ऐसा बताना है कि और अमेंडमेंट क्या हो सकता है, अमेंडमेंट होने के लिए बहुत कुछ है। देखिए, जरूरी बस्ता एक्ट 1955 है, उसको छुआ भी नहीं अमेंडमेंट, इसलिए हम इधर नहीं चलना चाहते। अमेंडमेंट का तो मतलब नहीं, अगर हम वो मानते हैं कि कानूनों के अंदर नुक्स रह गया है, अगर किसी बात के अंदर ये प्रमाण कर लिया कि हाँ यार ये लाइन तो गलत पड़ गया है, इसको हम काट देते हैं और दूसरा लाइन जो आप बोलते हैं वो पा देते हैं। इसका तो साफ अर्थ है कि कानूनों के अंदर किसी ना किसी से तो गड़बड़ हुई है। अगर गड़बड़ हो गया कानून में तो उसमें भी ये भी तो साफ है कि उसमें बहुत कुछ गलत है। अगर उसमें बहुत कुछ गलत पड़ा हुआ है तो उसकी फरोला फराली करने की जरूरत नहीं, उनको रद्द करो। इस बात जो मूल रूप से गलती है, हाँ। उन लोगों ने जबरन, अभी तक किसान, पूरे भारत में इतने सारे किसान यूनियन है, उसमें से अमेंडमेंट के पहले किसी के साथ उसने चर्चा नहीं की है। इतने सारे राजनीतिक दल है, उसके लिए भी चर्चा नहीं की है। कोरोना काल के अंदर दोनों सदन के अंदर कोई चर्चा के बिना अपनी मेजोरिटी के तौर पर उसने अमेंडमेंट लगा दिया, लगातार 1, 2, 3 करके लगा दिया। तो उसी टाइम चर्चा नहीं है, तो अभी अमेंडमेंट, पूरे देश के किसानों का यही मांग है कि ये अमेंडमेंट हमेशा के लिए कैंसिल हो जाए। तो इनके लिए चर्चा कहाँ होती है? देखिए, चर्चा का सवाल ही कहाँ हो जाता है? हाँ जी, चलिए। हाँ। ਦੇਖੋ ਇਹ ਜਿਹੜਾ ਮਤਲਬ ਜਿਹੜੇ ਕਾਨੂੰਨ ਆਏ ਜਿਹੜੇ ਤਿੰਨੇ, ਉਹਦੇ ਚੋਂ ਨਾ ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ, ਨਾ ਕਿ ਦੇਸ਼ ਦੀ ਕਿਸੇ ਕਿਸਾਨ ਜਥੇਬੰਦੀ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਉਹਦੇ ਵਿੱਚ ਜਿਹੜੇ ਇਹ ਲੈ ਕੇ ਆਏ ਆ, ਜੋ ਵੀ ਇਹਦੇ ਵਿੱਚ ਇਹਨਾਂ ਕਾਨੂੰਨਾਂ ਦੇ ਵਿੱਚ ਜੋ ਵੀ ਇਹ ਸਾਰੀਆਂ ਜਿੰਨੀਆਂ ਵੀ ਇਹਦੇ ਪੁਆਇੰਟ ਹੈਗੇ ਆ, ਉਹ ਪੁਆਇੰਟ ਸਾਰੇ ਹੀ ਕਿਸਾਨ ਵਿਰੋਧੀ ਆ, ਉਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈਗੇ ਕੋਈ। ਉਹ ਅਸੀਂ ਉਹਨਾਂ ਸਾਰੀਆਂ ਜਿੰਨੇ ਵੀ ਉਹ ਪੁਆਇੰਟ ਆ, ਪੂਰੇ ਦੇ ਪੂਰੇ ਉਹ ਜਿੰਨੇ ਤਿੰਨੋਂ ਬਿੱਲ ਆ, ਉਹ ਤਿੰਨੋਂ ਬਿੱਲੋਂ को ਰੱਦ ਕਰਦੇ ਆ ਵੀ ਇਹ ਤਿੰਨੇ ਰੱਦ ਕੀਏ ਜਾਏ, ਇਹ ਸਾਨੂੰ ਮਨਜ਼ੂਰ ਨਹੀਂ। ਜਦੋਂ ਅਸੀਂ ਮਨਜ਼ੂਰ नहीं कर रहे उसको, तो उसमें अमेंडमेंट का क्या सवाल है? अमेंडमेंट मांग ही नहीं रहे उससे, अभी तो मांग रहे हैं उसको रद्द करो। हाँ या ना करो तो काम नहीं पड़े। देखिए, आपका जवाब इस तरह से जो आपने बोला वो दुरुस्त बोला। पहले जो सवाल किया वही दुरुस्त था कि कहीं भी चर्चा नहीं हो सकी। तो यही तो दुखद बात है कि जब देश के लिए आप बिल लेके आ रहे हैं तो उसका खलड़ा देश के लोगों के पास जाना चाहिए। यहाँ कोई जमहूरियत है तो देश की विधानसभा में चर्चा होनी चाहिए। ऐसी कौन सी जरूरत पड़ी थी भी कोरोना काल में इमरजेंसी इनको अध्यादेश लाने पड़े? यही सवाल उठा रहे हैं। वैधानिक रूप से कोई भी कानून, ये जो कानून में अमेंडमेंट किया वो 1955 का है, लेकिन ये इनका डेट 1955 में लागू किया गया है, लेकिन ये अमेंडमेंट ऑलरेडी अंग्रेज का बनाया हुआ है, जिसके कारण हम लोग परेशान थे। अगर ये अमेंडमेंट करना था तो जो 1955 में कॉमोडिटी एक्ट है उसमें जो सुधार करना था, तो उसकी जितनी भी प्रोविजन है उस पर पहले चर्चा होनी चाहिए। ये अमेंडमेंट तो यही हुआ कि जितना किसानों का है वो उद्योगपति को दे दिया जाए, बराबर है। इनके प्रोविजन तो इसकी करनी, इसको लागू करना था। तो अभी तक जैसे नोटबंदी कर दिया, जो जीएसटी कर दिया, एफडीआई कर दिया, तो अब बचे थे किसान ने तो आप जो हमने बोला था वो तो आप बोल रहे हैं। नहीं, तो अभी किसान क्या चाहते हैं, किसान का फैसला क्या है, ये घुमा फिरा के जबरन लगा ही रहे। ठीक बोल रहे हैं, ठीक बोल रहे हैं आप। ठीक बोल रहे हैं। ਚਿੱਠੀ ਦੀ ਪੜਚੋਲ ਕੀਤੀ ਹੈ, ਤੁਸੀਂ ਰੱਦ ਨਹੀਂ ਕੀਤਾ ਪੂਰੀ ਤਰ੍ਹਾਂ ਦੇ ਨਾਲ ਕਿ ਇਹ ਸੱਦਾ ਹੈ। ਜੇ ਬਾਕੀ ਜਥੇਬੰਦੀਆਂ ਮੰਨਦੀਆਂ ਨਹੀਂ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਤੁਸੀਂ ਵੀ ਤਿਆਰ ਹੋ ਜਾਓਗੇ ਜੇ ਮੀਟਿੰਗ ਲਈ ਕੋਈ ਦਿਨ ਤੈਅ ਹੁੰਦਾ ਹੈ। देखो, रद्द नहीं की ਅਸੀਂ ਚਿੱਠੀ, ਅਸੀਂ ਇਸ ਗੱਲ ਨੂੰ ਰੱਦ ਨਹੀਂ ਕਰਦੇ, ਕਿਉਂਕਿ ਤੁਸੀਂ ਮੀਡੀਆ ਵਾਲੇ ਬੈਠੇ ਹੋ, ਦੁਨੀਆ ਬੈਠੀ ਹੈ, ਦੇਸ਼ ਦੇ ਲੋਕ ਬੈਠੇ ਨੇ, ਜਿਨ੍ਹਾਂ 'ਚ ਚਰਚਾ ਚਲਾ ਰੱਖੀ ਹੈ ਉਹਨਾਂ ਨੇ ਵੀ ਅਸੀਂ ਤਾਂ ਪਹਿਲ ਕਦਮੀ ਕੀਤੀ ਹੈ। ਜਿਹੜੀ ਪਹਿਲਾਂ ਸਰਵਣ ਭਲੇਰ ਕੇ ਗਏ ਨੇ ਵੀ ਅਸੀਂ ਤਾਂ ਪਹਿਲ ਕਦਮੀ ਕੀਤੀ ਹੈ। ਚਰਚਾ ਹੈ। ਦੇਖੋ, ਸਰਕਾਰ ਕਿੰਨਾ ਕਿੱਡਾ ਵੱਡਾਪਣ ਹੈ ਸਰਕਾਰ ਨੇ ਇੱਕ ਜਿਹੜਾ ਲਾਕ ਹੋਇਆ ਸੀ, ਮਤਲਬ ਡੈਡ ਹੋਈ ਸੀ ਗੱਲ, ਉੱਥੋਂ ਸ਼ੁਰੂ ਕਰ ਲਈ ਇਹ ਪ੍ਰਚਾਰ ਕੀਤਾ ਹੈ। ਅਸੀਂ ਮਤਲਬ ਉਹਦਾ ਕੀ ਬਣਾਉਣਾ ਹੈ, ਕੀ ਲਿਖਣਾ ਹੈ, ਕੀ ਸੰਦੇਸ਼ ਕਰਨਾ ਹੈ, ਮੀਡੀਆ ਦੇ ਵਿੱਚ ਕੀ ਗੱਲ ਲੈ ਕੇ ਜਾਣੀ ਹੈ, ਜਨਤਾ ਨੂੰ ਦੱਸਣ ਦੀ ਖਾਤਰ ਸਾਡੀ ਵਾਜਬੀਅਤ ਹੋਵੇ। ਅਸੀਂ ਗੱਲ ਕਰਨ ਜਾ ਰਹੇ ਹਾਂ ਤਾਂ ਕਿਉਂ ਜਾ ਰਹੇ ਹਾਂ, ਜੇ ਗੱਲ ਅਸੀਂ ਕਰਨੇ ਜਾ ਰਹੇ ਤਾਂ ਕਿਉਂ ਨਹੀਂ ਜਾ ਰਹੇ, ਇਹ ਬਣਾਉਣਾ ਤਾਂ ਬਾਕੀ ਹੈ ਨਾ ਜੀ। ਅੱਜ ਦਾ ਸਾਡਾ ਸਵਾਲ ਇਹੀ ਹੈ, ਅਸੀਂ ਤੁਹਾਨੂੰ ਇਹੀ ਦੱਸਿਆ ਵੀ ਜਿਹੜੇ ਇਹ ਚਿੱਠੀ ਹੈ ਉਹ ਕੀ ਹੈ, ਅਸੀਂ ਉਹਨੂੰ ਕੀ ਸਮਝਦੇ ਹਾਂ, ਅਸੀਂ ਉਹ ਤਾਂ ਬਣਾਉਣਾ ਬਾਕੀ ਹੈ। प्राजी ये कहाँ से शादी ब्याह का तो मामला है नहीं कि आप प्रेम पत्र लिखे, वो प्रेम पत्र लिखे, आप दिनांक तय करे, बैठ के मिल मिलाप करे, ऐसा तो कोई माहौल नहीं है। तो देश का कानून है, इसमें चिट्ठियों का कहाँ से बात हो जाए, कौन सा शतरंज होता है? ਉਗਰਾ ਸਾਹਿਬ ਮਸਲਾ ਤਾਂ ਜਿਹੜਾ ਟੇਬਲ ਤੇ ਹੱਲ ਹੁੰਦਾ, ਵੱਡੇ ਵੱਡੇ ਮਸਲੇ ਟੇਬਲ ਤੇ ਹੱਲ ਹੁੰਦੇ ਨੇ, ਤੇ ਜਿਸ ਤਰੀਕੇ ਨਾਲ ਤੁਸੀਂ ਹੁਣ ਕਿਸ ਤਰ੍ਹਾਂ ਦੇ ਸੱਦੇ ਦੀ ਉਮੀਦ ਰੱਖਦੇ ਹੋ, ਕੇਂਦਰ ਤੋਂ ਕਿਵੇਂ ਦਾ ਸੱਦਾ ਹੋਣਾ ਚਾਹੀਦਾ ਹੈ, ਉਹਦੇ 'ਚ ਕੀ ਸਮਾਂ ਹੋਣਾ ਚਾਹੀਦਾ ਜਾਂ ਥਾਂ ਹੋਣਾ ਚਾਹੀਦਾ, ਕੋਈ ਹੋਰ ਗੱਲ ਹੋਣੀ ਚਾਹੀਦੀ, ਕੀ ਐਡ ਆਨ ਹੋਣਾ ਚਾਹੀਦਾ ਉਸ ਦੇ? ਦੇਖੋ ਭਾਈ, ਇੱਕ ਗੱਲ ਹੈ ਇਹਦੇ 'ਚ, ਜਿਹੜਾ ਸੱਦਾ ਆਵੇ, ਜੀ ਜੀ, ਸੱਦੇ ਦਾ ਮਤਲਬ ਹੈ ਵੀ ਡੈਡਲਾਕ ਕਿਵੇਂ ਟੁੱਟਦਾ ਹੈ। ਡੈਡਲਾਕ ਕਿਹੜੀ ਗੱਲ ਤੇ ਹੋਇਆ ਸੀ?
ਕੀ ਉਦੋਂ ਗਾਹਾਂ ਕੁਝ ਵਿਚਾਰ ਰਹੀ ਹੈ ਸਰਕਾਰ? ਡੈਡਲਾਕ ਤੋੜਨ ਵਾਸਤੇ ਸਰਕਾਰ ਨੇ ਜਿੱਥੋਂ ਗੱਲ ਟੁੱਟੀ ਹੈ, ਸਾਡਾ ਕੋਈ ਸਮਝੌਤਾ ਟੁੱਟਦਾ, ਉਹਦੇ ਵਿੱਚ ਕਿਹੜੀਆਂ ਗੱਲਾਂ ਨੇ ਜਿਹਦੇ ਕਰਕੇ ਸਮਝੌਤਾ ਟੁੱਟ ਗਿਆ? ਉਹ ਗੱਲਾਂ ਤੇ ਕੱਢ ਕੇ ਗਾਹਾਂ ਸਰਕਾਰ ਅੱਗੇ ਵਧ ਕੇ ਕੀ ਵਿਚਾਰ ਰਹੀ ਹੈ? ਕਾਨੂੰਨ ਰੱਦ ਕਰਨ ਵਾਸਤੇ ਕੀ ਪ੍ਰੋਵੀਜ਼ਨ ਹੈ? ਉਹਦੇ ਰੱਦ ਕਰਨਾ ਨੁਕਸਾਨ ਕੀ ਹੋ ਜਾਣਗੇ? ਜਾਂ ਉਹ ਰੱਦ ਕਰਨ ਦੇ ਸਮਾਂ ਕਿੰਨਾ ਲੱਗਦਾ ਹੈ? ਜਾਂ ਰੱਦ ਕਰਨ ਦਾ ਪ੍ਰੋਸੈਸ ਕੀ ਹੈ? ਜਾਂ ਕਾਨੂੰਨ ਰੱਦ ਹੋ ਸਕਦੇ ਨੇ ਕਿ ਨਹੀਂ ਹੋ ਸਕਦੇ? ਇਹ ਕਰਨ ਵਾਸਤੇ ਲੀਗ ਨੇ ਇਹਦਾ ਕੀ ਪ੍ਰੋਸੈਸ ਹੈ? ਉਹ ਗੱਲ ਤੇ ਚਰਚਾ ਹੋਣੀ ਚਾਹੀਦੀ ਹੈ। ਅਸੀਂ ਉਹੀ ਚਰਚਾ ਦੀ ਮੰਗ ਕਰ ਰਹੇ ਹਾਂ। ਕੀ ਕਿਸਾਨ ਜਥੇਬੰਦੀਆਂ ਤੁਸੀਂ ਵੀ ਇਹ ਮੰਗ ਰੱਖੋਗੇ ਹੁਣ ਕਿ ਅਸੀਂ ਗ੍ਰਹਿ ਮੰਤਰੀ ਨਾਲ ਬੈਠਕ ਕਰ ਲਈ, ਕੇਂਦਰੀ ਮੰਤਰੀ ਨਾਲ, ਸਿੱਧੀ ਹੁਣ ਸਾਡੇ ਪ੍ਰਧਾਨ ਮੰਤਰੀ ਨਾਲ ਬੈਠਕ ਕਰਵਾਓ? ਦੇਖੋ, ਅਸੀਂ ਪ੍ਰਧਾਨ ਮੰਤਰੀ ਇੱਕ ਅਥਾਰਟੀ ਹੈ ਜਿਹਦੇ ਕੋਲੇ ਸਾਰੀ ਇਹ ਪਾਵਰ ਹੈ। ਅਸੀਂ ਕਹਿੰਦੇ ਵੀ ਜਿਹੜਾ ਬੰਦਾ ਵੀ ਸਾਡੇ ਨਾਲ ਗੱਲਬਾਤ 'ਚ ਬਹਿੰਦਾ ਉਹਦੇ ਕੋਲੇ ਕੋਈ ਪੀਐਮ ਦੀ ਪਾਵਰ ਹੋਵੇ, ਉਹਦੇ ਕੋਲੇ ਪਾਵਰ ਅਥਾਰਟੀ ਦੇ ਕੇ ਭੇਜੇ ਉਹ ਫੈਸਲਾ ਕੁਨ ਤਾਕਤ ਹੋਵੇ, ਸਾਡੇ ਸਾਹਮਣੇ ਬੈਠਣ ਵਾਲੀ ਪਾਵਰ ਹੈ ਜਿਹੜੀ, ਉਹ ਫੈਸਲਾ ਕੁਨ ਹੋਵੇ। ਇੱਕ ਵਾਰੀ ਕਈ ਵਾਰੀ ਹੈ ਖੇਤੀਬਾੜੀ ਮੰਤਰੀ ਬੈਠੇ ਹੁੰਦੇ ਨੇ, ਉਹ ਸਾਡੀ ਗੱਲ ਦਾ ਜਵਾਬ ਨਹੀਂ ਦੇ ਸਕਦੇ ਕਨਵੈਂਸ ਹੋਣ ਤੋਂ ਬਾਅਦ ਵੀ। ਉਹ ਇਹ ਤਾਕਤ ਲੈ ਕੇ ਬੈਠਣ, ਇਹ ਅਰਥ ਬਣਦਾ ਇਹਦਾ। ਇਹ ਅਸੀਂ ਰੱਖੀ ਹੈ ਫਿਰ। ਹਾਲੇ ਤੱਕ ਤੁਹਾਡੇ ਮੂਹਰੇ ਜਿਹੜੇ ਵੀ ਬੰਦੇ ਬੈਠੇ ਨੇ ਉਹ ਫੈਸਲਾ ਕੋਣ ਨਹੀਂ ਬੈਠੇ? नहीं बैठे, कह सकते हैं ਅਸੀਂ। अच्छा प्राजी, ये जो तीनों अध्यादेश आए हुए हैं, चिट्ठी पर अपनी राय रख दी है कि चिट्ठी